ਗੁਰੂ ਸਾਹਿਬ ਫਤਿਹ ਪ੍ਰਵਾਨ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਅੱਜ ਜਿਹੜੇ ਸ਼ਲੋਕ ਮਹਲਾ 9ਵਾਂ ਜੀ ਦੇ ਸਿਰਲੇਖ ਦੇ ਤਹਿਤ ਪਹਿਲਾ ਸ਼ਲੋਕ ਹੈਗਾ, ਆਪਾਂ ਯਤਨ ਕਰਾਂਗੇ ਕਿ ਰਲ ਕੇ ਕੁਝ ਮਿੰਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਮਝ ਸਕੀਏ, ਉਹ ਸ਼ਬਦ ਨੂੰ, ਉਹ ਸ਼ਲੋਕ ਨੂੰ। ਤੋ ਪਰਮ ਪਿਤਾ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਰਕੇ ਜਦੋਂ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਇਹ ਰਚਨਾ ਬਣਾਈ ਹੈ, ਤੇ ਫਿਰ ਉਹਦੇ 'ਚ ਵੱਖ-ਵੱਖ ਰੰਗਾਂ ਦੀ, ਭਾਂਤਾਂ ਦੀ ਮਾਇਆ ਜਿਹੜੀ ਉਹਦੇ ਵਿੱਚ ਪੈਦਾ ਕੀਤੀ, ਬਣਾਈ। ਤਾਂ ਉਸ ਸਮੇਂ ਤੋਂ ਹੀ ਇੱਕ ਮਨੁੱਖ ਦੇ ਵਿੱਚ ਨਾ ਇੱਕ ਕੁਦਰਤੀ ਜਿਗਿਆਸਾ ਰਹੀ ਕਿ ਜਿਹੜੀ ਇਹ ਰਚਨਾ ਬਣੀ ਹੈ, ਇਹ ਰਚਨਾ ਕਿਉਂ ਬਣੀ ਹੈ? ਇਹ ਸਵਾਲ, ਕੁਝ ਬੇਸਿਕ ਕੁਐਸਚਨ ਸੀ ਜਿਹੜੇ ਬੰਦੇ ਨੂੰ ਸ਼ੁਰੂ ਤੋਂ ਹੀ ਬੰਦੇ ਦੇ ਮਨ ਦੇ ਵਿੱਚ ਆਉਂਦੇ ਰਹੇ। ਜਾਂ ਜਿਹੜਾ ਜੀਵ ਪੈਦਾ ਕੀਤਾ, ਇਹ ਜੀਵ ਕਿਉਂ ਪੈਦਾ ਕੀਤਾ? ਜਾਂ ਆਤਮਾ ਕੀ ਚੀਜ਼ ਹੈ? ਪਰਮਾਤਮਾ ਕੀ ਹੈ? ਸੰਸਾਰ ਤੇ ਨਿਰੰਕਾਰ ਦਾ ਆਪਸ 'ਚ ਕੀ ਸੰਬੰਧ ਹੈ? ਜ਼ਿੰਦਗੀ ਦੀ ਕਹਾਣੀ ਜਿਹੜੀ ਹੈ, ਇਹ ਕੁਝ ਬੇਸਿਕ ਸਵਾਲ ਸੀ ਜਿਨ੍ਹਾਂ ਬਾਰੇ ਹਮੇਸ਼ਾ ਤੋਂ ਬੰਦੇ ਨੂੰ ਰਿਹਾ ਕਿ ਇਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਆ ਰਿਹਾ ਸੀ। ਜਦੋਂ ਜੀਵਨ ਬਾਰੇ ਦੇਖਦੇ ਹਾਂ ਤਾਂ ਇਹਦੇ 'ਚ ਇਹ ਵੀ ਦੇਖਦੇ ਹਾਂ ਕਿ ਸ੍ਰਿਸ਼ਟੀ 'ਚ ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਜਾਂ ਇਹ ਦੇਖੀਏ ਆਪਾਂ ਵੀ ਕਿਤੇ ਉਪਜ ਹੋ ਰਹੀ ਹੈ, ਕਿਤੇ ਕੋਈ ਬਿਨਸ ਰਿਹਾ ਹੈ। ਤਾਂ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਗੱਲ ਲਿਖੀ ਹੈ ਕਿ ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਮਤਲਬ ਇਹ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਜਗ ਦੀ ਖੇਡ, ਜੇ ਦੁਨੀਆ ਦੀ ਖੇਡ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹ ਕਿਉਂ ਕੀਤੀ ਹੈ? ਇਹ ਸਵਾਲ ਸਦਾ ਹੀ ਰਹੇ ਹੈ। ਤੇ ਫਿਰ ਉਹਨਾਂ ਸਵਾਲਾਂ ਦੇ ਜਵਾਬ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਮੁੱਚੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਜਵਾਬ ਦਰਜ ਕੀਤੇ। ਤੋ ਇੱਕ ਜਿਹੜਾ ਸਿਆਣਾ ਲੇਖਕ ਹੁੰਦਾ ਨਾ, ਆਮ ਕਰਕੇ ਵੀ ਆਪਾਂ ਦੇਖਦੇ ਹਾਂ, ਜਦੋਂ ਕਿਸੇ ਸਬਜੈਕਟ ਦੇ ਉੱਪਰ ਉਹ ਕੋਈ ਲਿਖਦਾ ਹੈ, ਕੋਈ ਚੀਜ਼ ਲਿਖਦਾ ਹੈ, ਕਿਤਾਬ ਲਿਖਦਾ ਹੈ, ਤਾਂ ਜਦੋਂ ਕਿਤਾਬ ਸੰਪੂਰਨ ਹੁੰਦੀ ਹੈ ਤਾਂ ਲੋਕਾਂ ਦੀ, ਪਾਠਕਾਂ ਦੀ ਸਹੂਲਤ ਦੇ ਲਈ ਕਈ ਵਾਰ ਹੁੰਦਾ ਹੈ ਕਿ ਇੰਨਾ ਵਿਸਥਾਰ ਦੇ ਵਿੱਚ ਉਹ ਨਹੀਂ ਪੜ੍ਹ ਪਾਉਂਦਾ, ਤੇ ਫਿਰ ਉਹ ਜਿਹੜਾ ਲਿਖਾਰੀ ਹੁੰਦਾ ਹੈ, ਉਹ ਅੰਤ ਦੇ ਵਿੱਚ ਜਾ ਕੇ ਜਿਹੜੇ ਉਸ ਸਬਜੈਕਟ ਨਾਲ ਸੰਬੰਧਿਤ ਕੁਝ ਲਿਸਟਡ ਕੁਐਸਚਨਸ ਹੁੰਦੇ ਆ ਨਾ, ਬੇਸਿਕ ਸਵਾਲ ਜਿਹੜੇ ਹੁੰਦੇ ਆ, ਤਾਂ ਉਹਨਾਂ ਸਵਾਲਾਂ ਨੂੰ ਅਲੱਗ ਕਰਕੇ ਕੁਝ ਆਖਰਲੇ ਪੰਨਿਆਂ ਦੇ ਵਿੱਚ ਉਹ ਸਵਾਲਾਂ ਦੇ ਰੂਪ 'ਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਦਰਜ ਕਰ ਦਿੰਦਾ ਹੈ, ਤਾਂ ਜੋ ਜਿਹੜੇ ਪਾਠਕ ਨੇ ਉਹ ਸਵਾਲਾਂ ਨੂੰ, ਉਹਨਾਂ ਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝ ਸਕਣ। ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 57 ਸ਼ਲੋਕ ਦਰਜ ਕੀਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸੰਪਾਦਨਾ ਵੇਲੇ ਆਖਰ ਦੇ ਵਿੱਚ ਦਰਜ ਕੀਤੇ ਗਏ, ਤੋ ਇਹ ਜਿਹੜੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅੰਸ਼ ਰੂਪ ਦੇ ਵਿੱਚ ਹੈ। ਇੱਕ ਗੱਲ ਨਾ ਬੜੀ ਪ੍ਰਚਲਿਤ ਸੀਗੀ, ਇਹ ਗੱਲ ਕਰਨੀ ਜ਼ਰੂਰੀ ਹੈ ਸ਼ੁਰੂਆਤ ਦੇ ਵਿੱਚ। ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਦੇ ਰਹੇ, ਜਦੋਂ ਕਿਸੇ ਦੇ ਘਰ 'ਚ ਅਖੰਡ ਪਾਠ ਰਖਵਾਇਆ ਜਾਂਦਾ ਸੀ, ਤਾਂ ਅਖੰਡ ਪਾਠ ਜਦੋਂ ਸੰਪੂਰਨ ਹੋਣਾ ਹੁੰਦਾ ਸੀ, ਜਦੋਂ ਸ਼ਲੋਕ ਪੜ੍ਹਨ ਦਾ ਸਮਾਂ ਆਉਂਦਾ ਸੀ, ਤਾਂ ਕੁਝ ਬਜ਼ੁਰਗ ਹੁੰਦੇ ਸੀ, ਵੈਸੇ ਤੋਂ ਕਹਿੰਦੇ ਹੁੰਦੇ ਸੀ ਕਿ ਇਹ ਮਤਲਬ ਸਾਰ ਸਮੁੱਚੇ ਬਾਣੀ ਨੂੰ ਆਰਾਮ ਨਾਲ ਬੈਠ ਕੇ, ਇੱਕ ਰਸ ਬੈਠ ਕੇ ਸੁਣਨਾ ਚਾਹੀਦਾ ਹੈ। ਪਰ ਜੇ ਕਿਸੇ ਕਾਰਨ ਕਰਕੇ ਬੰਦਾ, ਘਰ ਵਾਲੇ ਜਾਂ ਰਿਸ਼ਤੇਦਾਰ ਬਾਣੀ ਨਹੀਂ ਸੁਣ ਸਕੇ, ਸੰਪੂਰਨ ਬਾਣੀ ਦਾ ਪਾਠ ਨਹੀਂ ਸੁਣ ਸਕੇ, ਤਾਂ ਉਹ ਕਹਿੰਦੇ ਹੁੰਦੇ ਸੀ ਕਿ ਚਲੋ ਹੁਣ ਸ਼ਲੋਕ ਪੜ੍ਹਨ ਦਾ ਸਮਾਂ ਆ ਗਿਆ, ਹੁਣ ਸਾਰਾ ਪਰਿਵਾਰ ਇਕੱਠੇ ਹੋ ਕੇ ਆ ਕੇ ਬੈਠ ਜਾਓ, ਹੁਣ ਘੱਟੋ ਘੱਟ ਜ਼ਰੂਰ ਆ ਕੇ ਸ਼ਲੋਕ ਜ਼ਰੂਰ ਸੁਣ ਲਓ। ਸੋ ਇਹ ਇੱਕ ਪ੍ਰਚਲਿਤ ਗੱਲ ਸੀਗੀ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜੇ 57 ਸ਼ਲੋਕ ਨੇ, ਜਿਹੜੇ ਬੰਦੇ ਦੇ ਮਾਈਂਡ ਦੇ ਇੱਕੋ ਲਿਸਟਡ ਕੁਐਸਚਨ ਸੀ, ਬੇਸਿਕ ਸਵਾਲ ਸੀਗੇ ਜੀਵਨ ਬਾਰੇ, ਵੀ ਜੀਵਨ ਕੀ ਚੀਜ਼ ਹੈ, ਜੀਵ ਇਸ ਜਗ ਕਿਉਂ ਪੈਦਾ ਹੋਇਆ ਹੈ, ਇਹ ਰਚਨਾ ਕਿਉਂ ਬਣੀ ਹੈ, ਜਾਂ ਇਹ ਸਾਰੀਆਂ ਚੀਜ਼ਾਂ ਸੀ, ਇਹਨਾਂ ਦੇ ਜਵਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਲੋਕਾਂ ਦੇ ਵਿੱਚ ਦਿੱਤੇ ਹੈ। ਤੋ ਅੱਜ ਜਿਹੜਾ ਸ਼ਲੋਕ ਜਿਹੜਾ ਹੈਗਾ, ਪਹਿਲਾ ਸ਼ਲੋਕ ਜਿਹਦੇ ਬਾਰੇ ਅਸੀਂ ਅੱਜ ਵਿਚਾਰ ਕਰਨਾ ਸੀ, ਤਾਂ ਮੈਂ ਸਮਝਦਾ ਕਿ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਸਭ ਤੋਂ ਜ਼ਰੂਰੀ ਸਵਾਲ ਹੈ ਕਿ ਬੰਦੇ ਦਾ ਜੀਵਨ ਦਾ ਮਨੋਰਥ ਕੀ ਹੈਗਾ, ਇੱਕ ਤੇ ਉਹ ਸਵਾਲ ਦਾ ਜਵਾਬ ਇਸ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਨੇ ਦਿੱਤਾ। ਜਿਹੜਾ ਇੱਕ ਮੈਂ ਗੱਲ ਪਹਿਲਾਂ ਕੀਤੀ ਹੈ ਕਿ ਬੰਦਾ ਕੋਈ ਆਉਂਦਾ ਹੈ, ਕੋਈ ਜਾ ਰਿਹਾ ਹੈ, ਕੋਈ ਉਪਜ ਰਿਹਾ ਹੈ, ਕੋਈ ਬਿਨਸ ਰਿਹਾ ਹੈ, ਉਸ ਉਪਜਣ ਤੇ ਬਿਨਸਣ ਦੇ ਵਿੱਚ ਦਾ ਜਿਹੜਾ ਸਮਾਂ, ਉਸ ਸਮੇਂ ਦੇ ਵਿੱਚ ਜਿਹੜਾ ਬੰਦੇ ਦਾ, ਮਨੁੱਖ ਦਾ ਇਸ ਧਰਤੀ ਦੇ ਉੱਪਰ ਜਿਹੜਾ ਕਰਤੱਵ ਹੈਗਾ, ਉਸ ਕਰਤੱਵ ਨੂੰ ਉਹ ਬੰਦਾ ਕੀ ਕੰਮ ਕਰਨ ਦੇ ਲਈ ਆਇਆ, ਉਸ ਕਰਤੱਵ ਨੂੰ ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਸ਼ਲੋਕ ਦੀ ਜਿਹੜੀ ਪਹਿਲੀ ਤੁਕ ਹੈਗੀ ਹੈ, ਉਹ ਤੁਕ ਹੈਗੀ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਦੇਖੋ, ਬੜੀ ਇੱਕ ਬੇਸਿਕ ਜੀ ਚੀਜ਼ ਹੈ, ਕੋਈ ਬੰਦਾ ਕਿਸੇ ਕਾਰਜ ਦੇ ਉੱਪਰ ਬਹੁਤ ਮਿਹਨਤ ਕਰੇ, ਪਰ ਅੰਤ 'ਚ ਜਾ ਕੇ ਉਹਨੂੰ ਪਤਾ ਲੱਗੇ ਕਿ ਜਿਸ ਮਨੋਰਥ ਦੇ ਲਈ ਉਹਨੇ ਮਿਹਨਤ ਕੀਤੀ ਸੀ, ਉਹਦਾ ਮਨੋਰਥ ਬੇਕਾਰ ਚਲਾ ਗਿਆ, ਮਿਹਨਤ ਬੇਕਾਰ ਚਲੀ ਗਈ, ਤਾਂ ਬੜਾ ਦੁੱਖ ਲੱਗਦਾ ਆਪਾਂ ਨੂੰ, ਹਨਾ। ਕਿਤੇ ਮਿਹਨਤ ਬੇਕਾਰ ਚਲੀ ਜਾਵੇ, ਸਾਡਾ ਸਮਾਂ ਕਿਤੇ ਬੇਕਾਰ ਚਲਾ ਜਾਵੇ, 1 ਘੰਟਾ ਵੀ ਕਿਤੇ ਬੇਕਾਰ ਚਲਾ ਜਾਵੇ ਨਾ ਮਿਹਨਤੀ ਬੰਦੇ ਦਾ, ਤੇ ਉਹਨੂੰ ਬੜਾ ਦੁੱਖ ਲੱਗਦਾ ਹੈ। 1 ਦਿਨ ਜਾਵੇ ਤਾਂ ਹੋਰ ਦੁੱਖ ਲੱਗਦਾ ਹੈ, 1 ਮਹੀਨਾ ਵੇਸਟ ਹੋ ਜੇ ਤਾਂ ਬਹੁਤ ਦੁੱਖ ਲੱਗਦਾ, ਤੇ ਜੇ ਕਿਤੇ 1 ਸਾਲ ਵੇਸਟ ਹੋ ਜੇ ਤਾਂ ਉਹ ਸਾਰੀ ਜ਼ਿੰਦਗੀ ਭੁੱਲਦਾ ਨਹੀਂ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਦੇਖ ਤੇਰਾ ਜਿਹੜਾ ਸਮਾਂ ਵੇਸਟ ਹੋਇਆ,
ਉਹ ਤਾਂ ਕਵਰ ਕੀਤਾ ਜਾ ਸਕਦਾ, ਕਿਤੇ ਦਿਨ ਮਹੀਨਾ ਜਾਂ ਸਾਲ ਵੇਸਟ ਹੋ ਗਿਆ, ਤੇਰੀ ਮਿਹਨਤ ਕਿਤੇ ਕਾਲਜ ਤੇ ਬੇਕਾਰ ਚਲੀ ਗਈ, ਉਹ ਵੀ ਤੂੰ ਦੁਬਾਰਾ ਮਿਹਨਤ ਕਰਕੇ ਫਿਰ ਉਹਨੂੰ ਕਵਰ ਕਰ ਲੇਗਾ, ਪਰ ਤੇਰਾ ਤੇ ਜੀਵਨ ਹੀ ਬੇਕਾਰ ਜਾ ਰਿਹਾ ਹੈ। ਤੋ ਜੀਵਨ ਬੇਕਾਰ ਕਿਉਂ ਜਾ ਰਿਹਾ ਹੈ, ਉਸ ਚੀਜ਼ ਬਾਰੇ ਗੁਰੂ ਸਾਹਿਬ ਚਰਚਾ ਕਰਦੇ ਨੇ ਕਿ ਤੂੰ ਜਿਸ ਮਨੋਰਥ ਦੇ ਲਈ ਇਸ ਧਰਤੀ ਦੇ ਉੱਪਰ ਆਇਆ ਸੀ, ਗੁਣ ਗੋਬਿੰਦ ਗਾਇਓ ਨਹੀਂ। ਤੇਰਾ ਮਨੋਰਥ ਇਹ ਸੀ ਕਿ ਤੂੰ ਇੱਥੇ ਗੁਣ ਗਾਉਣ ਦੇ ਲਈ ਆਇਆ ਪਰਮ ਪਿਤਾ ਪ੍ਰਮਾਤਮਾ ਦੇ, ਉਹ ਗੁਣ ਗਾਉਣ ਲਈ ਤੂੰ ਆਇਆ ਸੀ, ਉਹ ਕੰਮ ਤੂੰ ਇੱਥੇ ਆ ਕੇ ਕੀਤਾ ਨਹੀਂ। ਔਰ ਇਹੀ ਗੱਲ ਬਾਣੀ 'ਚ ਹੋਰ ਥਾਵਾਂ ਤੇ ਵੀ ਲਿਖੀ ਉਹਨਾਂ ਨੇ, ਜਦੋਂ ਲਿਖਦੇ ਨੇ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ, ਹਨਾ। ਗੋਬਿੰਦ ਮਿਲਣ ਕਾ ਇਹੀ ਲਾਹਾ ਹੈ ਤੇਰਾ ਜ਼ਿੰਦਗੀ ਦਾ, ਮਾਨਸ ਜਨਮ ਦਾ ਲਾਹਾ ਨਾ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਦਾ ਇਹੀ ਲਾਹਾ, ਮਾਨਸ ਜਨਮ ਦਾ ਇਹੀ ਲਾਹਾ ਹੈ, ਹੋਰ ਕੋਈ ਲਾਹਾ ਨਹੀਂ ਹੈ, ਇੱਕੋ ਹੀ ਇੱਕ ਲਾਹਾ ਹੈ। ਜਾਂ ਜਦੋਂ ਲਿਖਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਆਓ, ਤੇ ਉਹ ਫਿਰ ਅੱਗੇ ਲਿਖਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕੰਮ, ਹੋਰ ਕੰਮ ਜਿਹੜੇ ਤੂੰ ਕਰ ਰਿਹਾ ਹੈ ਉਹ ਤੇਰੇ ਕਿਸੇ ਕੰਮ ਨਹੀਂ ਹੋਣੇ, ਕਰਨੇ ਹੈ ਠੀਕ ਹੈ, ਕਰਨ ਵਾਲੇ ਹੈਗੇ ਹੈ, ਪਰ ਜਿਹੜਾ ਜੀਵਨ ਦਾ ਅਸਲੀ ਲਾਹਾ ਹੈ ਉਹ ਆਹੀ ਹੈ ਕਿ ਗੁਣ ਗੁਰੂ ਜਿਹੜੇ ਤੂੰ ਗੋਬਿੰਦ ਦੇ ਗੁਣ ਗਾਉਣੇ ਹੈ, ਇਹ ਜ਼ਰੂਰੀ ਹੈ ਗਾਉਣੇ। ਔਰ ਇੱਕ ਵਿਦਵਾਨ ਨੇ ਜਸਵੰਤ ਸਿੰਘ ਪਰਮਾਨਾ ਜੀ ਨੇ, ਉਹਨਾਂ ਨੇ ਬੜਾ ਵਧੀਆ ਲਿਖਿਆ ਇੱਕ ਥਾਂ ਤੇ, ਕਹਿੰਦੇ ਕੋਈ ਫਕੀਰ ਲੰਘ ਰਿਹਾ ਸੀ ਤੇ ਕਿਤੇ ਨੌਜਵਾਨ ਬੱਚੇ ਕਬੱਡੀ ਦਾ ਮੈਚ ਖੇਡ ਰਹੇ ਸੀ, ਤੇ ਜਦੋਂ ਕੋਲੋਂ ਲੰਘਿਆ ਤੇ ਦੇਖਿਆ ਕਿ ਇੱਕ ਖਿਡਾਰੀ ਜਿਹੜਾ ਮੈਦਾਨ ਦੇ ਵਿੱਚੋਂ ਗਰਾਊਂਡ ਚੋਂ ਬਾਹਰ ਖੜਾ ਸੀ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਖੇਡਦੇ ਪਏ ਹੋ, ਬਾਹਰ ਕਿਉਂ ਖੜਾ ਹੈ? ਤਾਂ ਬੜਾ ਸੁੰਦਰ ਲਿਖਿਆ ਉਹਨਾਂ ਨੇ, ਕਹਿੰਦੇ ਜੀ ਇਹ ਮਰ ਗਿਆ ਹੈ। ਕਹਿੰਦੇ ਨਹੀਂ, ਇਹ ਤਾਂ ਸਾਹ ਲੈ ਰਿਹਾ, ਮਰਿਆ ਤੇ ਹੈ ਹੀ ਨਹੀਂ ਫਕੀਰ ਕਹਿੰਦੇ। ਤੇ ਉਹ ਕਹਿੰਦੇ ਨਹੀਂ ਜੀ, ਇਹਨੇ ਜਦੋਂ ਖੇਡ ਪਾਈ ਹੈ, ਕੌਡੀ ਪਾਈ ਹੈ, ਤੇ ਇਹਦਾ ਸਾਹ ਟੁੱਟ ਗਿਆ, ਇਸ ਕਰਕੇ ਇਹ ਮਰ ਗਿਆ। ਤੇ ਫਕੀਰ ਨੂੰ ਇਹ ਲੱਗਿਆ ਕਿ ਜੀਵਨ ਦੀ ਜਿਵੇਂ ਸਾਰੀ ਇੱਕ ਜੁਗਤ ਹੈ, ਜ਼ਿੰਦਗੀ ਦੀ ਜੀਵਨ ਦੀ ਕਹਾਣੀ ਸਾਰੀ ਸਮਝ ਲੱਗ ਗਈ ਕਿ ਜਿੰਨੀ ਦੇਰ ਤੱਕ ਪ੍ਰਮਾਤਮਾ ਯਾਦ ਆ ਬੰਦਾ ਉਨੀ ਦੇਰ ਤੱਕ ਹੀ ਜਿਉਂਦਾ ਹੈ, ਜਦੋਂ ਸਾਹ ਟੁੱਟਦਾ ਉਦੋਂ ਬੰਦਾ ਮਰ ਜਾਂਦਾ ਹੈ। ਸੋ ਇਹ ਪਹਿਲੀ ਤੁਕ ਸੀ, ਜਿਹੜੇ ਗੁਣ ਗੋਬਿੰਦ ਗਾਇਓ ਨਹੀਂ, ਗੁਰੂ ਗੋਬਿੰਦ ਦੇ ਗੁਣ ਗਾਉਣੇ ਹੈ, ਮਤਲਬ ਉਹਨਾਂ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੈ। ਪਰ ਜਦੋਂ ਅਗਲੀ ਤੁਕ ਆਉਂਦੀ ਹੈ, ਦੂਸਰੀ ਤੁਕ ਦੇ ਵਿੱਚ ਜਿਹੜੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੁਣ ਉਹ ਕਹਿੰਦੇ ਨੇ ਕਿ ਗੁਣ ਤੇ ਗਾਉਣੇ ਆ, ਪਰ ਗਾਉਣੇ ਕਿਵੇਂ ਹੈ, ਗਾਉਣ ਦੀ ਜੁਗਤ ਸਮਝਾ ਰਹੇ ਨੇ, ਔਰ ਉਹ ਵੀ ਇੱਕ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ। ਬਹੁਤ ਹੀ ਮਤਲਬ ਸੋਹਣੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ ਕਿ ਗੁਣ ਕਿਵੇਂ ਗਾਉਣੇ, ਕਿੰਨਾ ਸਮਾਂ ਗਾਉਣੇ। ਤੇ ਉਹ ਐਗਜ਼ਾਮਪਲ ਤੇ ਕਹਿੰਦੇ ਕਹੋ ਨਾਨਕ ਹਰ ਭਜ ਮਨ ਜੈ ਬਿਦ ਜਲ ਕੋ ਮੀਨ। ਤੂੰ ਉਹ ਜਿਹੜੇ ਗੁਣ ਗੋਬਿੰਦ ਗਾਇਓ ਨਹੀਂ ਵਾਲੀ ਗੱਲ ਹੈ ਨਾ, ਤੂੰ ਗੁਣ ਇਸ ਤਰੀਕੇ ਨਾਲ ਗਾਉਣੇ ਆ ਜਿਵੇਂ ਇਸ ਪ੍ਰੀਤ ਨਾਲ ਇਹੋ ਜਿਹਾ ਪਿਆਰ ਤੇਰਾ ਹੋਵੇ ਜਿਵੇਂ ਮੱਛੀ ਤੇ ਪਾਣੀ ਦਾ, ਮੀਨ ਮੱਛੀ ਨੂੰ ਕਹਿੰਦੇ ਨੇ, ਜਿਵੇਂ ਜਲ ਤੇ ਮੱਛੀ ਦਾ ਆਪਸ ਵਿੱਚ ਸੰਬੰਧ ਹੈ ਨਾ। ਹੁਣ ਦੇਖੋ ਨਾ, ਇਹ ਤਾਂ ਆਪਾਂ ਸਮਝ ਸਕਦੇ ਹਾਂ ਕਿ ਇਹ ਕਦੇ ਪੋਸੀਬਲ ਨਹੀਂ ਹੈ ਕਿ ਅਸੀਂ ਸੋਚੀਏ ਮੱਛੀ ਨੂੰ ਕੁਝ ਸਮਾਂ ਅਸੀਂ ਪਾਣੀ ਚੋਂ ਬਾਹਰ ਕੱਢ ਦਈਏ, ਜਾਂ ਮੱਛੀ ਕਹੇ ਕਿ ਕਿਵੇਂ ਸਾਰੀ ਉਮਰ ਪਾਣੀ 'ਚ ਬਿਤਾ ਸਕਦੀ ਹੈ, ਜਾਂ ਉਹ ਕਦੇ ਅੱਕਦੀ ਨਹੀਂ ਹੈ, ਮੱਛੀ ਪਾਣੀ 'ਚ ਰਹਿੰਦਾ ਕਦੇ ਅੱਕਦੀ ਨਹੀਂ। ਬਸ ਉਹੀ ਇੱਕ ਜੁਗਤ ਜਿਹੜੀ ਗੁਰੂ ਸਾਹਿਬ ਦੱਸ ਰਹੇ ਨੇ ਕਿ ਘੰਟਾ 2 ਘੰਟੇ ਗਾ ਕੇ ਹੀ ਜੀਵਨ ਸਕਾਰਥ ਨਹੀਂ ਹੋਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿਸ ਚੀਜ਼ ਨੂੰ ਗਾਉਣਾ ਕਹਿੰਦੇ ਹੈ, ਉਹ ਗਾਉਣਾ ਹੈਗਾ ਨਿਰੰਤਰਤਾ ਦੇ ਨਾਲ ਗਾਉਣਾ। ਉਹਦੀ ਯਾਦ ਕਹਿੰਦੇ ਆਏ ਤੇਰੇ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ, ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਸੰਬੰਧ ਹੈ। ਤੋ ਇਹਨੂੰ ਕਹਿੰਦੇ ਨੇ ਸੁਰਤ ਨਾਲ ਤੇ ਚੇਤਨਾ ਦੇ ਨਾਲ ਗਾਉਣਾ, ਹਰ ਵੇਲੇ ਸੁਰਤ ਦੇ ਵਿੱਚ, ਹਰ ਵੇਲੇ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਰਹਿਣਾ। ਤੋ ਇਸ ਤਰ੍ਹਾਂ ਦੇ ਸੰਬੰਧ ਪ੍ਰਮਾਤਮਾ ਦੇ ਨਾਲ ਪੈਦਾ ਹੋਣੇ ਚਾਹੀਦੇ ਨੇ। ਪਰ ਬੰਦੇ ਦੀ ਕਿਤੇ ਨਾ ਕਿਤੇ ਬਦਕਿਸਮਤੀ ਹੈ ਕਿ ਜਿਹੜਾ ਮੱਛੀ ਤੇ ਪਾਣੀ ਵਾਲਾ ਸੰਬੰਧ, ਉਹ ਪ੍ਰੀਤ ਜਿਹੜੀ ਪ੍ਰਮਾਤਮਾ ਦੇ ਨਾਲ ਬਣਨੀ ਚਾਹੀਦੀ ਸੀ, ਅੱਜ ਬੰਦੇ ਦੀ ਉਹ ਪ੍ਰੀਤ ਵਿਖਿਆਨ ਦੇ ਨਾਲ ਬਣ ਗਈ ਹੈ। ਤੋ ਅੱਜ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਤੇਰਾ ਜੀਵਨ ਬੇਕਾਰ ਜਾ ਰਿਹਾ ਹੈ, ਤੇਰਾ ਜੀਵਨ ਵਿਅਰਥ ਜਾ ਰਿਹਾ ਹੈ। ਤੇ ਜੇ ਜੀਵਨ ਨੂੰ ਤੂੰ ਮੀਨਿੰਗਫੁਲ ਬਣਾਉਣਾ ਚਾਹੁੰਦਾ ਹੈ, ਜੇ ਜੀਵਨ ਦੇ ਵਿੱਚੋਂ ਤੂੰ ਖਾਲੀਪਨ ਨੂੰ ਖਤਮ ਕਰਨਾ ਚਾਹੁੰਦਾ ਹੈ, ਤੇ ਫਿਰ ਤੂੰ ਆਪਣੀ ਪ੍ਰੀਤ ਆਈ ਬਣਾ। ਤੇਰੇ ਜੀਵਨ ਦੇ ਵਿੱਚੋਂ ਗੁਣ ਗੋਬਿੰਦ ਦੇ ਗੁਣ ਗਾਉਣ ਦਾ ਮਤਲਬ ਇਹ ਹੈ ਕਿ ਤੇਰੇ ਜੀਵਨ ਦੇ ਵਿੱਚੋਂ ਜ਼ਿੰਦਗੀ ਜਿਉਂਦੇ ਆ, ਤੇਰੇ ਜੀਵਨ ਦੇ ਹਰ ਕਰਮ ਦੇ ਵਿੱਚੋਂ ਉਹ ਗੋਬਿੰਦ ਦੇ ਗੁਣ ਜੀਵਨ 'ਚੋਂ ਰਿਫਲੈਕਟ ਕਰਨੇ ਚਾਹੀਦੇ ਨੇ। ਤੇਰੀ ਜੀਵਨ ਜਾਂਚ ਦੇ ਵਿੱਚੋਂ ਉਹ ਪ੍ਰਮਾਤਮਾ ਦੇ ਗੁਣ ਨਜ਼ਰ ਆਉਣੇ ਚਾਹੀਦੇ ਨੇ। ਇਹਨੂੰ ਕਹਿੰਦੇ ਨੇ ਗੁਣ ਗੋਬਿੰਦ ਗਾਇਓ, ਜਿਹੜੇ ਗਾਉਣੇ ਨੇ ਗੁਣ ਤੂੰ, ਹਨਾ, ਪਰ ਤੂੰ ਨਹੀਂ ਗਾ ਰਿਹਾ। ਗੁਰੂ ਸਾਹਿਬ ਸਾਨੂੰ ਸਾਡੇ ਜੀਵਨ ਦਾ ਮਨੋਰਥ ਅੱਜ ਵਾਲੇ ਸ਼ਲੋਕ ਦੇ ਵਿੱਚ ਯਾਦ ਕਰਵਾ ਰਹੇ ਹਨ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।